अस्सलाम वालेकुम दोस्तों, की हाल है? ठीक हो? अच्छा यार, कदी तुसी वेख्या कि ਜਿਹੜੇ ਆ ਪੱਖੀ ਵਾਸ ਹੁੰਦੇ ਆ, ਇਹਨਾਂ ਦੇ ਤੁਸੀਂ ਬੱਚਿਆਂ ਨੂੰ ਵੇਖੋਗੇ ਨਾ ਤੇ ਸਰਦੀ ਹੋਵੇ ਨਾ, ਚਾਹੇ ਪੋਹ ਮਾਘ ਦੀ ਸਰਦੀ ਹੋਵੇ, ਫੁੱਲ ਸਰਦੀਆਂ ਦਾ ਸੀਜ਼ਨ ਹੋਵੇ ਜਾਂ ਫੁੱਲ ਗਰਮੀਆਂ ਦਾ ਸੀਜ਼ਨ ਹੋਵੇ, ਨੰਗੇ ਪੈਰੀ ਹੁੰਦੇ ਆ, ਕੱਪੜੇ ਪਾਟੇ ਹੁੰਦੇ ਆ, ਕੋਈ ਕਿਤੇ ਫਿਰ ਰਿਹਾ, ਕੋਈ ਕਿਤੇ ਫਿਰ ਰਿਹਾ, ਉਹਨਾਂ ਦਾ ਕੋਈ ਖਿਆਲ ਨਹੀਂ ਹੁੰਦਾ। ਤੇ ਬਸ ਤੁਸੀਂ ਦੇਖ ਲਓ ਕਿ ਉਹ ਉਸ ਮੌਸਮ ਦੇ ਵਿੱਚ ਸਰਵਾਈਵ ਵੀ ਕਰਦੇ ਆ, ਵੱਧਦੇ ਫੁੱਲਦੇ ਵੀ ਆ, ਤੇ ਬੜੇ ਤੇਜ਼ ਤਰਾਜ਼ ਵੀ ਹੁੰਦੇ ਆ। ਤੇ ਉਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਉਹ ਤੁਸੀਂ ਜਗ੍ਹਾ ਜਗ੍ਹਾ ਦੇ ਉੱਤੇ ਦੇਖ ਵੀ ਸਕਦੇ ਹੋ। ਜਦ ਕਿ ਉਹਦੇ ਮੁਕਾਬਲੇ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਦੇਖੀਏ, ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਸਹੂਲਤਾਂ ਵੀ ਸਾਰੀਆਂ ਹੁੰਦੀਆਂ ਵਾ, ਉਹਨਾਂ ਨੂੰ ਗਰਮ ਕੱਪੜੇ, ਉਹਨਾਂ ਨੂੰ ਸਰਦ ਕੱਪੜੇ, ਇਸੇ ਤਰ੍ਹਾਂ ਹੀ ਫਿਰ ਉਹਨਾਂ ਨੂੰ ਜਨਾਬ ਅਲੀ ਖਾਣ ਪੀਣ ਵਾਸਤੇ ਚੰਗਾ, ਉਹਨਾਂ ਨੂੰ ਵੀ ਸਫਾਈ ਸੁਥਰਾਈ, ਵੈਦਰ ਜਿਹੜੀਆਂ ਕੰਡੀਸ਼ਨ ਆ ਉਹਨਾਂ ਦੇ ਨਾਲ ਉਹਨੂੰ ਮਤਲਬ ਮੈਚ ਵੀ ਕੀਤਾ ਜਾਂਦਾ। ਲੇਕਿਨ ਫਿਰ ਵੀ ਉਹ ਵੱਧ ਫੁੱਲ ਨਹੀਂ ਰਹੇ ਹੁੰਦੇ, ਉਹਨਾਂ ਦੇ ਵਿੱਚ ਤੇਜ਼ੀ ਚੁਸਤੀ ਤੇ ਇਮਿਊਨਿਟੀ ਦੀ ਬਹੁਤ ਕਮੀ ਹੁੰਦੀ ਆ, ਬਹੁਤ ਥੋੜੀ ਦੇਰ ਬਾਅਦ ਬਿਮਾਰ ਹੋ ਰਹੇ ਹੁੰਦੇ ਆ। ਜਦਕਿ ਉਧਰ ਵਾਲੇ ਬੱਚੇ ਜਿਹੜੇ ਹੁੰਦੇ ਆ ਉਹ ਜਨਾਬ ਅਲੀ ਬਸ ਮਾਸ਼ਾਅੱਲਾ ਤੰਦਰੁਸਤ ਆ। ਠੀਕ ਆ ਜੀ। ਤੇ ਇਹ ਗੱਲ ਜਿਹੜੀ ਆ ਨਾ, ਇਹ ਗੱਲ ਸਮਝਣ ਵਾਲੀ ਆ, ਗੱਲ ਕੋ ਕਾਬਲੇ ਗੌਰ ਆ। ਦੇਖੋ, ਜਿਹੜੀ ਹੁੰਦੀ ਹੈ ਨਾ ਮਿੱਟੀ, ਜ਼ਮੀਨ ਆ ਜਿਹੜੀ, ਮਿੱਟੀ ਨੂੰ ਆਮ ਤੌਰ ਤੇ ਕਹਿੰਦੇ ਨਾ ਮਿੱਟੀ ਮਾਂ ਹੁੰਦੀ ਹੈ। ਮਿੱਟੀ ਵਾਕਈ ਮਾਂ ਹੁੰਦੀ ਹੈ, ਇਸ ਗੱਲ ਨੂੰ ਸਮਝੋ। ਜੇ ਤੁਹਾਡਾ ਕੋਈ ਬੱਚਾ ਵਾ, ਤੁਸੀਂ ਬੜਿਆਂ ਲਾਡਾਂ ਨਾਜ਼ਾਂ ਦੇ ਨਾਲ ਉਹਨੂੰ ਪਾਲ ਰਹੇ ਹੋ, ਛੋਟੀ ਉਮਰ ਆ, ਹਾਲੇ ਉਹ ਰਿੜਨ ਨਹੀਂ ਲੱਗਾ, ਹਾਲੇ ਉਹ ਤੁਰਨ ਨਹੀਂ ਲੱਗਾ, ਉਹ ਬਿਮਾਰ ਰਹਿੰਦਾ ਵਾ, ਉਹਦੀ ਜਿਹੜੀ ਇਮਿਊਨਿਟੀ ਬੂਸਟ ਨਹੀਂ ਹੋ ਰਹੀ, ਤੇ ਅੱਜ ਤੋਂ ਇੱਕ ਤਜਰਬਾ ਕਰ ਲਓ। ਆਪਣੇ ਬੱਚਿਆਂ ਨੂੰ ਨਾ ਥੱਲੇ ਖੇਲਣ ਵਾਸਤੇ ਛੱਡ ਦਿਓ, ਮਿੱਟੀ ਦੇ ਵਿੱਚ ਉਹਨਾਂ ਨੂੰ ਨਾ ਰੁਲਣ ਦਿਓ, ਖੇਲਣ ਦਿਓ। ਤੁਸੀਂ ਵੇਖਣਾ ਚੰਦ ਦਿਨਾਂ ਤੋਂ ਬਾਅਦ ਨਾ, ਚੰਦ ਹਫ਼ਤਿਆਂ ਤੋਂ ਬਾਅਦ ਤੁਸੀਂ ਵੇਖ ਲਓਗੇ ਕਿ ਉਹਨਾਂ ਦੇ ਵਿੱਚ ਕੀ ਤਬਦੀਲੀ ਆਈ ਹੈ। ਦੇਖੋ, ਜਿਹੜੀ ਸਾਡੀ ਅਸਲ ਆ ਨਾ, ਸਾਡੀ ਅਸਲ ਆ, ਤੁਸੀਂ ਵੇਖ ਲਓ ਕਿ ਜਿਤਨੇ ਵੀ ਕਿਸਮ ਦੇ ਐਲੀਮੈਂਟਸ, ਬਾਇਓ ਐਲੀਮੈਂਟਸ ਸਾਡੇ ਬੋਡੀ ਦੇ ਅੰਦਰ ਮੌਜੂਦ ਹੁੰਦੇ ਆ, ਜਦੋਂ ਸਾਡੀ ਡੈਥ ਹੋ ਜਾਂਦੀ ਆ ਤੇ ਡੈਥ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਇਸ ਜਿਸਮ ਨੂੰ ਮਿੱਟੀ ਦੇ ਸਪੁਰਦ ਕਰ ਦਿੰਦੇ ਨਾ। ਤੇ ਤੁਸੀਂ ਦੇਖ ਲਓ ਕਿ ਉਹ ਜਿਤਨੇ ਵੀ ਬਾਇਓ ਐਲੀਮੈਂਟਸ ਹੁੰਦੇ ਆ ਉਹ ਸਾਰੇ ਡਿਸਟਰਾਏ ਹੋ ਜਾਂਦੇ ਮਿੱਟੀ ਦੇ ਵਿੱਚ ਹੀ। ਸਾਰੇ ਜਿਹੜੇ ਆ ਨਾ ਉਹ ਦੁਬਾਰਾ ਖਿਲਰ ਪੱਤਰ ਜਾਂਦੇ ਆ, ਤੇ ਢਾਂਚਾ ਰਹਿ ਜਾਂਦਾ ਵਾ, ਜਿਹਦੇ ਵਿੱਚ ਫਿਰ ਕੁਝ ਮਿਨਰਲਸ ਹੁੰਦੇ ਜਿਸ ਤਰ੍ਹਾਂ ਕੈਲਸ਼ੀਅਮ ਆ ਜਾਂ ਫਾਸਫੋਰਸ ਵਗੈਰਾ, ਤੇ ਬਾਕੀ ਜਿਹੜੇ ਜ਼ਰੂਰੀ ਐਸੈਂਸ਼ੀਅਲਸ ਜਿਹੜੇ ਹੁੰਦੇ ਨਾ, ਬੁਨਿਆਦੀ ਜ਼ਰੂਰਤਾਂ, ਉਹ ਸਾਰੀਆਂ ਡਿਜ਼ੋਲਵ ਹੋ ਜਾਂਦੀਆਂ। ਤੇ ਇਹ ਦੇਖ ਲਓ ਕਿ ਅੱਛਾ, ਫਿਰ ਤੁਸੀਂ ਇੱਕ ਹੋਰ ਤਰੀਕੇ ਨਾਲ ਦੇਖ ਲਓ, ਇੱਕ ਛੋਟਾ ਜਿਹਾ ਬੀਜ ਹੁੰਦਾ, ਤੁਸੀਂ ਉਸ ਬੀਜ ਨੂੰ ਜ਼ਮੀਨ ਦੇ ਅੰਦਰ ਦਬਾ ਦਿੰਦੇ ਹੋ, ਉਹਨੂੰ ਪਾਣੀ ਦੇ ਦਿੰਦੇ ਹੋ, ਉਹਦੇ ਚੋਂ ਇੱਕ ਕੋਂਪਲ ਨਿਕਲਦੀ, ਉਹ ਕੋਂਪਲ ਵਧਣਾ ਸ਼ੁਰੂ ਹੋ ਜਾਂਦੀ, ਉਹ ਵਧਦਿਆਂ ਜਨਾਬ ਇੱਕ ਪਹਿਲੇ ਛੋਟਾ ਜਿਹਾ ਪੌਦਾ ਹੁੰਦੀ ਹੈ, ਫਿਰ ਉਹ ਕਰਦਿਆਂ ਇੱਕ ਬੜਾ ਵੱਡਾ ਦਰਖਤ ਬਣ ਜਾਂਦੀ ਹੈ। ਠੀਕ ਹੈ ਜੀ। ਇਸ ਤਰ੍ਹਾਂ ਹੀ ਹੈ ਨਾ, ਪਾਵਰਫੁਲ ਦਰਖਤ ਬਣਦੀ ਆ, ਫਿਰ ਉਹਦੇ ਤੇ ਫਲ ਲੱਗਦੇ ਆ, ਉਹਨਾਂ ਫਲਾਂ ਦੇ ਵਿੱਚ ਮਿਠਾਸ ਵੀ ਹੁੰਦੀ ਆ, ਉਹਨਾਂ ਫਲਾਂ ਦੇ ਵਿੱਚ ਜਿਹੜਾ ਉਸ ਟਾਈਮ ਦਾ ਜ਼ਾਇਕਾ ਹੋਏਗਾ ਉਹ ਵੀ ਹੋਏਗਾ। ਤੇ ਬੱਚੇ ਵੀ, ਤੇ ਅਸੀਂ ਵੀ ਤੇ ਇਸ ਮਿੱਟੀ ਦੀ ਪੈਦਾਵਾਰ ਹੈ ਨਾ, ਤੇ ਆਪਣੇ ਬੱਚਿਆਂ ਨੂੰ ਜਿਹੜਾ ਨਾ, ਅਗਰ ਇਮਿਊਨਿਟੀ ਬੂਸਟ ਕਰਨੀ ਹੈ ਤੇ ਫਿਰ ਮਿੱਟੀ ਦੇ ਹਵਾਲੇ ਕਰੋ, ਵੇਖਿਓ ਨਜ਼ਾਰੇ।